ਕੱਲੇ ਮੋਹਾਲੀ ਦੀ 4 ਲੱਖ ਤੋਂ ਵੱਧ ਟੱਪ ਚੁੱਕੀ ਆ। 4 ਲੱਖ ਦਾ ਕਾਲਜ ਤੁਸੀਂ ਜੇ ਮੜ ਜਾ ਪਿੱਛੇ ਮਾਰ ਕੇ ਦੇਖੋਗੇ ਤੇ ਮੈਂ ਤੁਹਾਨੂੰ ਦਿਖਾਉਂਗਾ ਪਿੱਛੇ ਗਰਾਊਂਡ ਦਾ ਹਾਲ ਵੀ। ਇਹਨਾਂ ਬੱਚਿਆਂ ਦੀ ਸ਼ਕਲਾਂ ਦੇਖੋ ਹਨਾ। ਇਹ ਕੱਲੇ ਕਿ ਬੀਏ ਕਰਨੀ ਆਉਂਦੇ ਇੱਥੇ, ਬੀਏ ਵਾਲਿਆਂ ਨੂੰ ਕੋਈ ਪੁੱਛਦਾ ਹੀ ਨਹੀਂ। ਗ੍ਰੈਜੂਏਸ਼ਨ ਤਾਂ ਐ ਹੋ ਗਈ ਜਿੱਦਾਂ ਕਿ ਬੱਚੇ ਨੇ 5ਵੀਂ ਕੀਤੀ ਹੋਈ ਹੈ। ਇੱਥੋਂ ਹੀ ਚੰਡੀਗੜ੍ਹ ਸਿਰਫ 3 ਕਿਲੋਮੀਟਰ ਦੂਰ ਆ। 3 ਕਿਲੋਮੀਟਰ ਚੰਡੀਗੜ੍ਹ ਦਾ ਰੇਡੀਅਸ ਕਿੰਨਾ? 8 ਤੋਂ ਲੈ ਕੇ 10 ਕਿਲੋਮੀਟਰ ਦੇ ਵਿੱਚ ਪੂਰਾ ਚੰਡੀਗੜ੍ਹ ਖਤਮ ਹੋ ਜਾਂਦਾ। ਚੰਡੀਗੜ੍ਹ ਦੇ ਵਿੱਚ 8 ਤੋਂ ਲੈ ਕੇ 9 ਸਰਕਾਰੀ ਕਾਲਜਸ ਨੇ। ਕੋਈ ਬਨੂੜ ਤੋਂ ਆਇਆ, ਬਨੂੜ ਇੱਥੋਂ ਕਿੰਨੀ ਦੂਰ ਆ ਬਾਈ ਜੀ? ਕੋਈ ਇੱਥੋਂ ਡੇਰਾਬੱਸੀ ਤੋਂ ਆਇਆ। ਹਾਂਜੀ, ਡੇਰਾਬੱਸੀ ਵਾਲੇ ਕਾਲਜ ਦੀ ਹਾਲਤ ਦੇਖ ਲਓ ਜਾ ਕੇ, ਜ਼ੀਰੋ ਕਾਲਜ ਆ। ਇਹਨੂੰ ਕਿਹੜਾ ਨੌਕਰੀ ਦਿੰਦਾ? ਇਹ ਸਰਕਾਰ ਦਾ ਬਹੁਤ ਵੱਡਾ ਸਕੈਮ ਹੈ। ਇਕੱਲਾ ਇਹਦੀ ਜ਼ਿੰਮੇਵਾਰੀ ਨਹੀਂ ਹੈਗੀ, ਇਹ ਪੰਜਾਬ ਦੇ ਹਾਲਾਤ ਨੇ। ਬਨੂੜ ਤੋਂ ਬੱਚਾ ਬਨੂੜ ਕਾਹਤੇ ਕਾਲਜ ਨਹੀਂ ਬਣ ਸਕਦਾ? ਕੁੜੀਆਂ ਦੇ ਮਾਪਿਓ ਭੇਜਦੇ ਹੀ ਨਹੀਂ। ਉਹ ਕਹਿੰਦੇ ਭਾਈ ਇੰਨੀ ਦੂਰ ਨਾ ਜਾਇਓ, ਇੱਥੇ ਹੀ ਕੁਝ ਕਰ ਲਓ। ਕਿੰਨੀ ਕੁੜੀਆਂ ਦੇ ਜਿਹੜਾ ਡੇਰਾਬੱਸੀ ਰਹਿੰਦਾ ਉਹਨਾਂ ਦੇ ਬੱਚੇ ਭੇਜਦੇ ਨਹੀਂ ਮਾਪਿਓ। ਬਹੁਤ ਵੱਡਾ ਵਿਸ਼ਾ ਬਾਈ ਇਹ, ਇਹਦੇ ਪਿੱਛੇ ਬਹੁਤ ਵੱਡਾ ਸਕੈਮ ਆ। ਇੱਥੋਂ 4 ਕਿਲੋਮੀਟਰ ਦੂਰ ਪ੍ਰਾਈਵੇਟ ਕਾਲਜਸ ਨੇ। ਪੰਜਾਬ ਦੇ ਇਕੱਲੇ ਮੋਹਾਲੀ ਜ਼ਿਲ੍ਹੇ ਦੇ ਵਿੱਚ 17 ਤੋਂ 18 ਪ੍ਰਾਈਵੇਟ ਕਾਲਜਸ ਨੇ। ਪਤਾ ਨਾ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ ਹੋਰ ਕੀ। ਹੁਣ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ, ਲਾਅ ਇੱਥੇ ਹੈ ਨਹੀਂ ਗੀ, BALL ਵੀ ਹੈ ਨਹੀਂ। ਤੁਹਾਡੇ 'ਚੋਂ ਕੋਈ ਫੈਸ਼ਨ ਡਿਜ਼ਾਈਨਿੰਗ ਨਹੀਂ ਕਰਨਾ ਚਾਹੁੰਦਾ? ਤੁਹਾਡੇ 'ਚੋਂ ਚਾਹੁੰਦਾ ਨਹੀਂ ਕੋਈ ਮੈਂ ਵੱਡਾ ਆਰਟਿਸਟ ਬਣਾ ਜਾਂ ਕੁਝ ਹੋਰ ਬਣਾ? ਉਹਦੀ ਕਿੰਨੀ ਵੱਡੀ ਸੋਚ ਆ, ਮੈਂ ਯੂਪੀਐਸਸੀ ਕਲੀਅਰ ਕਰਨੀ ਚਾਹੁੰਦਾ। ਇੱਥੋਂ ਯੂਪੀਐਸਸੀ ਕਲੀਅਰ ਹੋਊਗੀ ਜਿੱਥੇ ਕੋਰਸ ਹੀ ਹੈ ਨਹੀਂ, ਜਿੱਥੇ ਟੀਚਰ ਹੀ ਪੂਰੇ ਹੈ ਨਹੀਂਗੇ। ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਜਿਹੜੀ ਅੱਜ ਰਿਪੋਰਟ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਇਸ ਨੂੰ ਸੁਣ ਕੇ ਤੁਹਾਨੂੰ ਬੜੀ ਹੈਰਾਨੀ ਹੋਊਗੀ। ਵੈਸੇ ਬੜੀ ਆਮ ਗੱਲ ਹੈ, ਸਾਨੂੰ ਸਾਰਿਆਂ ਨੂੰ ਇਹ ਜਿਹੜੀ ਰਿਪੋਰਟ ਬਾਰੇ ਪਤਾ ਹੋਣਾ ਚਾਹੀਦਾ, ਪਰ ਅਸੀਂ ਅਜਿਹੇ ਵਿਸ਼ਿਆਂ ਵੱਲ ਧਿਆਨ ਨਹੀਂ ਦਿੰਦੇ। ਇਹ ਵਿਸ਼ਾ, ਇਹ ਮੁੱਦਾ ਐਜੂਕੇਸ਼ਨ ਨੂੰ ਲੈ ਕੇ ਆਇਆ, ਹਾਇਰ ਐਜੂਕੇਸ਼ਨ ਨੂੰ ਲੈ ਕੇ। ਇਸ ਵਕਤ ਮੋਹਾਲੀ ਮੌਜੂਦ ਹੈ, ਜਿਸ ਏਰੀਏ ਦੀ ਜਾਂ ਕਹਿ ਸਕਦੇ ਹਾਂ ਜਿਸ ਜ਼ਿਲ੍ਹੇ ਦੀ ਆਬਾਦੀ 14 ਲੱਖ ਹੈ। ਪਰ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਇਸ 14 ਲੱਖ ਦੀ ਆਬਾਦੀ ਵਾਲੇ ਇਸ ਜ਼ਿਲ੍ਹੇ ਦੇ ਵਿੱਚ ਮਹਿਜ਼ 2 ਕਾਲਜ ਨੇ। ਜੇ ਇਕੱਲੇ ਮੋਹਾਲੀ ਦੀ ਗੱਲ ਕਰੀਏ ਜਿੱਥੇ ਕਿ 4 ਲੱਖ ਆਬਾਦੀ ਹੈ, ਤਾਂ ਉੱਥੇ ਸਿਰਫ ਇੱਕ ਕਾਲਜ ਹੈ ਜਿਹੜਾ ਕਿ ਮੋਹਾਲੀ ਦੇ 6 ਫੇਸ 'ਚ ਪੈਂਦਾ। ਇਸ ਤੋਂ ਇਲਾਵਾ ਜੇ ਜ਼ਿਲ੍ਹੇ ਅੰਦਰ ਦੂਸਰੇ ਕਾਲਜ ਦੀ ਗੱਲ ਕਰੀਏ ਤਾਂ ਉਹ ਦੂਸਰਾ ਕਾਲਜ ਜਿਹੜਾ ਡੇਰਾਬੱਸੀ 'ਚ ਪੈਂਦਾ। ਉਸ ਤੋਂ ਮਾੜੀ ਗੱਲ ਇਹ ਹੈ ਕਿ ਇਹਨਾਂ ਕਿਸੇ ਵੀ ਕਾਲਜ ਦੇ ਵਿੱਚ ਨਾ ਤਾਂ ਕੋਈ ਲਾਅ ਹੁੰਦੀ ਹੈ ਤੇ ਨਾ ਹੀ ਕੋਈ ਇੰਜੀਨੀਅਰਿੰਗ ਦੀ ਜਾਂ ਕੋਈ ਮੈਡੀਕਲ ਦੀ ਜਿਹੜੀ ਡਿਗਰੀ ਹੈ ਉਹ ਇਹਨਾਂ ਕਾਲਜ ਦੇ ਵਿੱਚ ਮਿਲਦੀ ਹੈ। ਮਜਬੂਰਨ ਇਹਨਾਂ ਵਿਦਿਆਰਥੀਆਂ ਨੂੰ ਜਾਂ ਤਾਂ ਪ੍ਰਾਈਵੇਟ ਕਾਲਜਾਂ ਵੱਲ ਜਾਣਾ ਪੈਂਦਾ ਜਾਂ ਫਿਰ ਜਿਹੜੇ ਹੋਰ ਨਾਲ ਲੱਗਦੇ ਸੂਬੇ ਨੇ, ਚੰਡੀਗੜ੍ਹ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਅਜਿਹੀਆਂ ਥਾਵਾਂ 'ਤੇ ਜਾ ਕੇ ਐਜੂਕੇਸ਼ਨ ਲੈਣੀ ਪੈਂਦੀ ਹੈ। ਪਿੱਛੇ ਨੌਜਵਾਨ ਸਾਥੀ ਤੁਸੀਂ ਦੇਖ ਰਹੇ ਹੋ, ਕੋਈ ਬਨੂੜ ਤੋਂ ਆਇਆ, ਕੋਈ ਖਰੜ ਤੋਂ ਆਇਆ, ਕੋਈ ਡੇਰਾਬੱਸੀ ਤੋਂ ਆਇਆ ਹੈ ਮੋਹਾਲੀ ਦੇ 6 ਫੇਸ ਜਿਹੜਾ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਨੂੰ। ਕੱਲ ਇਸ਼ਰਪ੍ਰੀਤ ਬਾਈ ਹੋਰਾਂ ਦੇ ਨਾਲ ਗੱਲ ਹੋ ਰਹੀ ਸੀ ਤਾਂ ਇਹਨਾਂ ਨੇ ਇਹ ਮੁੱਦਾ ਜਿਹੜਾ ਧਿਆਨ ਦੇ ਵਿੱਚ ਲਿਆਂਦਾ ਤਾਂ ਗੱਲ ਕੀਤੀ ਕਿ ਜ਼ਰੂਰ ਇਹ ਜਿਹੜਾ ਇਹ ਆਵਾਜ਼ ਹੈ ਇਹ ਸਰਕਾਰੀ ਦਰਬਾਰੇ ਤੱਕ ਜਿਹੜਾ ਕੰਨਾਂ ਦੇ ਵਿੱਚ ਜ਼ਰੂਰ ਪਾਣੀ ਚਾਹੀਦੀ ਹੈ। ਇਸ਼ਰ ਬਾਈ, ਮੈਂ ਪਹਿਲਾਂ ਤੁਹਾਡੇ ਤੋਂ ਇਹ ਸਵਾਲ ਪੁੱਛੂੰਗਾ ਕਿ ਤੁਸੀਂ ਸਟੂਡੈਂਟ ਵਿੰਗ ਦੇ ਜਿਹੜਾ NSCI ਦੇ ਪ੍ਰੈਜ਼ੀਡੈਂਟ ਹੋ, ਪਰ ਲੰਮਾ ਸਮਾਂ ਕਾਂਗਰਸ ਨੇ ਰਾਜ ਕੀਤਾ ਤੇ ਇਹ ਨਹੀਂ ਲੱਗਦਾ ਕਿ ਇੱਕ ਰਾਜਨੀਤੀ ਤੋਂ ਉੱਠ ਕੇ ਇੱਕ ਵਿਦਿਆਰਥੀ ਦੇ ਤੌਰ 'ਤੇ ਜੇ ਆਪਾਂ ਸੋਚੀਏ ਤਾਂ ਕਿੰਨੀ ਮੰਦਭਾਗੀ ਗੱਲ ਹੈ ਕਿ 14 ਲੱਖ ਦੀ ਆਬਾਦੀ ਵਾਲੇ ਇਸ ਸ਼ਹਿਰ ਦੇ ਵਿੱਚ, ਇਸ ਜ਼ਿਲ੍ਹੇ ਦੇ ਵਿੱਚ ਸਿਰਫ ਮਹਿਜ਼ 2 ਕਾਲਜ। ਮੈਂ ਪਤਾ ਜੀ ਕਿਸੇ ਤੇ ਲਾਂਛਨ ਨਹੀਂ ਲਾਣਾ ਚਾਹੁੰਦਾ, ਪਰ ਜਿਹੜੇ ਆ 2 ਕਾਲਜਸ ਵੀ ਨੇ, ਇਹਨੇ ਵੀ ਪੁਰਾਣੀ ਸਰਕਾਰਾਂ ਦੇ ਦੇਣ ਨੇ। ਮੈਂ ਕਾਂਗਰਸ ਨੂੰ ਵੀ ਨਹੀਂ ਕਹਿੰਦਾ, ਮੈਂ ਅਕਾਲੀਆਂ ਨੂੰ ਵੀ ਨਹੀਂ ਕਹਿੰਦਾ। ਇਹ ਅਕਾਲੀ ਤੇ ਕਾਂਗਰਸ ਦੀ ਦੇਣ ਨੇ ਜਿਹੜੇ ਆਹ 2 ਕਾਲਜਸ ਨੇ। ਇੱਕ ਨੀਂਹ ਪੱਥਰ ਰੱਖਿਆ ਗਿਆ ਸੀਗਾ ਗਰਲਸ ਕਾਲਜ ਦੇ ਵਾਸਤੇ, ਉਹ ਜਿਹੜਾ ਪੂਰਾ ਹੀ ਨਹੀਂ ਹੋਇਆ, ਉਹ ਵੀ ਕਾਂਗਰਸ ਦੀ ਦੇਣ ਸੀਗੀ। ਪਰ ਮੈਂ ਕਿਸੇ ਦੇ ਲਾਂਛਨ ਨਹੀਂ ਲਾਣਾ ਚਾਹੁੰਦਾ ਕਿ ਤੁਸੀਂ ਨਹੀਂ ਕੀਤਾ, ਇਹ ਨਹੀਂ ਕੀਤਾ, ਕਿਉਂਕਿ ਇਹ ਬੱਚਿਆਂ ਦਾ ਮਸਲਾ ਆ। ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਰ ਸਾਡੇ ਐਜੂਕੇਸ਼ਨ ਸਿਸਟਮ ਦੀ ਜੇ ਗੱਲ ਕਰੀਏ ਤਾਂ ਕਿੰਨੀ ਮੰਦਭਾਗੀ ਗੱਲ ਹੈ ਕਿ ਸਿਰਫ 2 ਕਾਲਜ। ਦੇਖੋ ਬਾਈ ਜੀ, ਕੱਲੇ ਮੋਹਾਲੀ ਦੀ ਜਿਹੜੀ ਤੁਸੀਂ ਪੋਪੂਲੇਸ਼ਨ ਜਾਣੋ ਤਾਂ ਜ਼ਿਲ੍ਹੇ ਦੀ ਪੋਪੂਲੇਸ਼ਨ 14 ਲੱਖ ਆ। ਕੱਲੇ ਮੋਹਾਲੀ ਦੀ 4 ਲੱਖ ਤੋਂ ਵੱਧ ਟੱਪ ਚੁੱਕੀ ਆ। 4 ਲੱਖ ਦਾ ਕਾਲਜ ਤੁਸੀਂ ਜੇ ਮੜ ਜਾ ਪਿੱਛੇ ਮਾਰ ਕੇ ਦੇਖੋਗੇ ਤੇ ਮੈਂ ਤੁਹਾਨੂੰ ਦਿਖਾਉਂਗਾ ਪਿੱਛੇ ਗਰਾਊਂਡ ਦਾ ਹਾਲ ਵੀ। ਇਹਨਾਂ ਬੱਚਿਆਂ ਦੀ ਸ਼ਕਲਾਂ ਦੇਖੋ ਹਨਾ। ਇਹ ਕੱਲੇ ਕਿ BA ਕਰਨੀ ਆਉਂਦੇ ਇੱਥੇ, ਇਹ ਕੱਲੇ ਇਹਨਾਂ ਨੂੰ ਹੋਰ ਕੁਝ ਹੈ ਹੀ ਨਹੀਂ। BA ਤਾਂ ਇਹਨਾਂ ਵਾਸਤੇ ਮਜਬੂਰੀ ਬਣ ਗਈ। ਇੱਥੋਂ ਹੀ ਚੰਡੀਗੜ੍ਹ ਸਿਰਫ 3 ਕਿਲੋਮੀਟਰ ਦੂਰ ਆ। 3 ਕਿਲੋਮੀਟਰ ਚੰਡੀਗੜ੍ਹ ਦਾ ਰੇਡੀਅਸ ਕਿੰਨਾ? 8 ਤੋਂ ਲੈ ਕੇ 10 ਕਿਲੋਮੀਟਰ ਦੇ ਵਿੱਚ ਪੂਰਾ ਚੰਡੀਗੜ੍ਹ ਖਤਮ ਹੋ ਜਾਂਦਾ। ਚੰਡੀਗੜ੍ਹ ਦੇ ਵਿੱਚ 8 ਤੋਂ ਲੈ ਕੇ 9 ਸਰਕਾਰੀ ਕਾਲਜਸ ਨੇ। ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਓ, SD ਕਾਲਜ ਦੀ ਗੱਲ ਕਰ ਲਓ, DAV ਦੀ ਕਾਲਜ ਕਰ ਲਓ। ਕੀ ਭਾਈ ਕਾਹਤੇ ਮੋਹਾਲੀ ਦੇ ਨਾਲ ਵਿਤਕਰਾ ਕਾਹਤੇ ਹੋ ਰਿਹਾ? ਜਦ ਆਪਾਂ ਕਹਿ ਰਹੇ ਹਾਂ ਜਿਹੜੇ ਚੰਡੀਗੜ੍ਹ ਪੜ੍ਹਦੇ ਨੇ ਉਹ ਮੋਹਾਲੀ ਆ ਕੇ ਰਹਿੰਦੇ ਨੇ। ਜਿੰਨੇ ਬੱਚੇ ਚੰਡੀਗੜ੍ਹ ਪੜ੍ਹਦੇ ਨੇ ਉਹ ਮੋਹਾਲੀ ਕਿਉਂ? ਬੱਚਿਆਂ ਨੇ ਮੋਹਾਲੀ ਦੇ ਬੱਚਿਆਂ ਨੇ ਵਿਤਕਰਾ ਹੋ ਰਿਹਾ। ਜਦੋਂ ਮੋਹਾਲੀ ਦੇ ਬੱਚਿਆਂ ਨੂੰ ਨਹੀਂ ਐਡਮਿਸ਼ਨ ਕਿਤੇ ਮਿਲਦੀ, ਉਹ ਪ੍ਰਾਈਵੇਟ ਕਾਲਜਾਂ 'ਚ ਜਾਂਦੇ ਨੇ। ਇਸ ਤੋਂ 2 ਕਿਲੋਮੀਟਰ ਇੱਧਰ ਨੂੰ ਚੱਲ ਜਾਓ ਜਾਂ ਇੱਧਰ ਨੂੰ ਚੱਲ ਜਾਓ, ਤੁਹਾਨੂੰ 4 ਪ੍ਰਾਈਵੇਟ ਕਾਲਜ ਮਿਲ ਜਾਣਗੇ। ਇਹ ਸਰਕਾਰ ਕਾਹਤੇ ਧਾਂਦਲੇਬਾਜ਼ੀ ਕਰ ਰਹੀ ਹੈ? ਤੇ ਆਮ ਪਾਰਟੀ ਦੀ ਸਰਕਾਰ ਆਈ ਸਿਰਫ ਐਜੂਕੇਸ਼ਨ ਤੇ ਹੈਲਥ 'ਤੇ ਸੀਗੀ।
ਜੇ ਆਪਾਂ ਇਹਨਾਂ ਨੂੰ ਕੱਲੀ ਬੀਏ ਹੀ ਪੜਾਈ ਜਾਵਾਂਗੇ ਇਹਨਾਂ ਵਾਸਤੇ ਨੌਕਰੀਆਂ ਕੀ ਨੇ? ਜੇ ਇਹਨਾਂ ਨੂੰ ਲਾਇਰ ਬਣਾ ਕੇ ਇੱਥੋਂ ਭੇਜਾਂਗੇ, ਹੁਣ ਦੇਖੋ ਆਪਣੇ ਫੋਨਾਂ ਦਾ ਐਪਲੀਕੇਸ਼ਨਾਂ ਦਾ ਕਿੰਨਾ ਜ਼ਿਆਦਾ ਦੌਰ ਬਦਲ ਗਿਆ ਕਿ ਐਪ ਡਿਜ਼ਾਈਨਿੰਗ ਦੇ ਕੋਰਸ ਨੇ, ਦੁਬਈ ਵਾਲੇ ਆਪਣੇ ਆਪ ਨੂੰ ਕੋਲੈਬੋਰੇਸ਼ਨ ਕਰ ਲੈਂਦੇ ਨੇ, ਇੱਥੋਂ ਬੱਚੇ ਲੈ ਜਾਂਦੇ ਨੇ, ਇੰਟਰਨਸ਼ਿਪ ਕਰ ਲੈਂਦੇ। ਬੀਏ ਵਾਲਿਆਂ ਨੂੰ ਕੋਈ ਪੁੱਛਦਾ ਹੀ ਨਹੀਂ। ਗ੍ਰੈਜੂਏਸ਼ਨ ਤਾਂ ਐਂ ਹੋ ਗਈ ਜਿੱਦਾਂ ਕਿ ਬੱਚੇ ਨੇ 5ਵੀਂ ਕੀਤੀ ਹੋਈ ਹੈ। ਤੇ ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਮੋਹਾਲੀ ਇੰਨਾ ਜ਼ਿਆਦਾ ਡਿਵੈਲਪ ਹੋ ਗਿਆ, ਮੋਹਾਲੀ ਦੇ ਵਿੱਚ ਵੱਡੀ ਵੱਡੀ ਕੰਪਨੀਆਂ ਆ ਗਈਆਂ, ਇੰਨਾ ਸਾਰਾ ਕੁਝ ਹੋ ਗਿਆ, ਦਿੱਲੀ ਵਾਲੇ ਲੋਕ ਇਨਵੈਸਟ ਕਰ ਰਹੇ ਨੇ। ਕੀ ਸਰਕਾਰਾਂ ਭੁੱਲ ਗਈਆਂ ਕਿ ਮੋਹਾਲੀ ਦੇ ਵਿੱਚ ਕਾਲਜ ਹੋਰ ਹੋਣੇ ਚਾਹੀਦੇ ਆ? ਕੋਈ ਬਨੂੜ ਤੋਂ ਆਇਆ, ਬਨੂੜ ਇੱਥੋਂ ਕਿੰਨੀ ਦੂਰ ਆ ਬਾਈ ਜੀ? ਕੋਈ ਇੱਥੋਂ ਡੇਰਾ ਬੱਸੀ ਤੋਂ ਆਇਆ, ਹਾਂਜੀ ਡੇਰਾ ਬੱਸੀ ਵਾਲੇ ਕਾਲਜ ਦੀ ਹਾਲਤ ਦੇਖ ਲਓ ਜਾ ਕੇ, ਜ਼ੀਰੋ ਕਾਲਜ ਆ। ਮੈਨੂੰ ਲੱਗਦਾ ਬਨੂੜ ਇੱਥੋਂ 30 ਕਿਲੋਮੀਟਰ ਦੂਰ ਹੋਊਗਾ। ਕੌਣ ਆਇਆ ਬਨੂੜ ਤੋਂ? ਕੌਣ ਆਇਆ ਜੀ? ਆਹ ਆਇਆ ਬਨੂੜ ਤੋਂ। ਕਿੰਨਾ ਕਿਲੋਮੀਟਰ ਹੈ ਬਨੂੜ ਤੋਂ? ਨੋਡ ਹੈਗਾ 35-40 ਕਿਲੋਮੀਟਰ। 35-40 ਕਿਲੋਮੀਟਰ ਤੋਂ ਇਹ ਮੇਰਾ ਭਰਾ ਆਇਆ। ਤੇ ਭਰਾ ਕਿ ਆਏ ਕਿਵੇਂ ਹੋ ਤੁਸੀਂ? ਅਸੀਂ ਮੋਟਰਸਾਈਕਲ ਤੇ ਆਏ ਤੇ ਇੱਥੇ ਕੀ ਪੜਦਾ ਕੀ ਆ? ਅਤੇ ਐਡਮਿਸ਼ਨ ਕਰਾਉਣਾ ਹੈ ਕੀ ਕਾਦੀ? ਬੀਏ ਚ। ਆਹ ਦੇਖੋ, ਇਸ ਤੋਂ ਬਾਅਦ ਇਹ ਨੌਕਰੀ ਦੱਸੋ ਕਿੱਥੇ ਕਰੂਗਾ? ਜਦ 3 ਸਾਲ ਇਹਨੇ ਬੀਏ ਕਰ ਲਈ, 3 ਸਾਲ ਤੋਂ ਬਾਅਦ ਇਹ ਡਿਪਰੈਸ਼ਨ ਚ ਆ ਜਾਊਗਾ। ਫਿਰ ਇਹ ਕਿੱਥੇ ਜਾਊਗਾ ਫਿਰ? ਨਹੀਂ ਫਿਰ ਇਹ ਯਾਰ ਦਾ ਬੱਚਾ ਕੀ ਕਰਦਾ? ਨਸ਼ੇ ਕਰਨਾ ਸ਼ੁਰੂ ਕਰ ਦਿੰਦਾ ਜਦ ਡਿਪਰੈਸ਼ਨ ਚ ਆਉਂਦਾ। ਮਾਪਿਓ ਕਹਿੰਦੇ ਅਸੀਂ ਤੇਰੀ ਪੜ੍ਹਾਈ ਵਾਸਤੇ ਪੈਸੇ ਲਾਏ, ਅਸੀਂ ਤੇਰੀ ਪੜ੍ਹਾਈ ਤੇ ਪੈਸੇ ਲਾਏ, ਤੂੰ ਹੁਣ ਨੌਕਰੀ ਕਰ। ਬੀਏ ਨੂੰ ਕਿਹੜਾ ਨੌਕਰੀ ਦਿੰਦਾ? ਇਹ ਸਰਕਾਰ ਦਾ ਬਹੁਤ ਵੱਡਾ ਸਕੈਮ ਹੈ, ਕੱਲਾ ਇਹਦੀ ਜ਼ਿੰਮੇਵਾਰੀ ਨਹੀਂ ਹੈਗੀ, ਇਹ ਪੰਜਾਬ ਦੇ ਹਾਲਾਤ ਨੇ। ਬਨੂੜ ਤੋਂ ਬੱਚਾ, ਬਨੂੜ ਕਾਤੇ ਕਾਲਜ ਨਹੀਂ ਬਣ ਸਕਦਾ? ਮੋਹਾਲੀ ਦੇ ਵਿੱਚ ਕਿੰਨੀ ਆ ਪਿੱਛੇ ਕੁੜੀਆਂ ਮੇਰੀਆਂ ਭੈਣਾਂ ਖੜੀਆਂ ਨੇ, ਹੁਣ ਇਹਨਾਂ ਨੂੰ ਵਿੱਚ ਕਈ ਵਿਚਾਰੀਆਂ ਇਹ 'ਚੋਂ ਫੈਸ਼ਨ ਡਿਜ਼ਾਈਨਿੰਗ ਕੋਰਸ ਹੁੰਦਾ ਹਨਾ, ਕਈਆਂ ਦਾ ਬੀਟੈਕ ਕੋਰਸ ਹੁੰਦਾ। ਇਹ ਨਹੀਂ ਚਾਹੁੰਦੀਆਂ ਅਸੀਂ ਵੀ ਐਡਵੋਕੇਟ ਬਣੀਏ, ਇਹ ਨਹੀਂ ਚਾਹੁੰਦੀਆਂ ਅਸੀਂ ਵੀ ਯੂਪੀਐਸਸੀ ਪੀਸੀਐਸ ਦੇ ਪੇਪਰ ਦਈਏ। ਤੇ ਇਹ ਸੋਚਣ ਦਾ ਵਿਸ਼ਾ ਹੈ, ਜਿੱਤੇ ਸਰਕਾਰ ਆਈ ਗਈ ਸੀ ਉਹੀ ਸਰਕਾਰ ਭੁੱਲ ਕੇ ਹੁਣ ਦੂਜੀ ਗੱਲਾਂ ਕਰੀ ਜਾਂਦੀ ਹੈ। ਕਦੇ ਕਿਸ ਤੇ ਲਾਲਚਨ ਲਾ ਲੈਂਦੀ ਹੈ। ਸਾਡੇ ਬਾਰੇ ਤਾਂ ਸੋਚੋ, ਸਾਡੀ ਜਵਾਨੀ ਭੰਗਾਂ ਦੇ ਪਾਣੀ ਜਾ ਰਹੀ ਹੈ। ਫਿਰ ਕਹਿੰਦੇ ਬੱਚੇ ਬਾਹਰ ਕਾਤੇ ਜਾਂਦੇ ਨੇ? ਕਿਸ਼ਨਪ੍ਰੀਤ, ਉਹਨਾਂ ਨੂੰ ਤਾਂ ਹਲੇ 1.5 ਸਾਲ ਹੋਇਆ ਜੇ, ਚਲੋ ਜ਼ਰੂਰ ਉਹਨਾਂ ਨੂੰ ਵੀ ਇਸ ਦਾ ਸੁਧਾਰ ਕਰਨਾ ਚਾਹੀਦਾ। ਤੁਸੀਂ ਕਾਂਗਰਸ ਦੇ ਜਿਹੜੇ ਸਟੂਡੈਂਟ ਵਿੰਗ ਦਾ ਹਿੱਸਾ ਹੋ, ਪਰ ਲੰਮਾ ਸਮਾਂ ਕਾਂਗਰਸ ਦਾ ਪੰਜਾਬ ਦੇ ਵਿੱਚ ਰਾਜ ਰਿਹਾ ਤੇ ਮੋਹਾਲੀ ਦੇ ਜੇ ਗੱਲ ਕਰੀਏ ਤਾਂ ਬਲਬੀਰ ਸਿੱਧੂ ਹੋਰਾਂ ਨੂੰ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਮਿਲਦੀਆਂ ਰਹੀਆਂ। ਤੁਸੀਂ ਵੀ ਉਹਨਾਂ ਦੇ ਨਾਲ ਕਰੀਬੀ ਰਹੇ ਹੋ, ਪਰ ਇਹ ਸਵਾਲ ਨੇਗੇ ਕਿ ਉਦੋਂ ਕਿਉਂ ਨਹੀਂ ਇਹ ਜਿਹੜੀਆਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ, ਮੰਤਰੀ ਸਾਹਿਬ ਇੱਥੇ ਸੀਗੇ, ਇੱਕ ਨੀਂਹ ਪੱਥਰ ਰੱਖਿਆ ਗਿਆ ਸੀਗਾ ਬੱਚਿਆਂ ਵਾਸਤੇ। ਚੰਨੀ ਸਾਹਿਬ ਦੀ ਉਹਦੇ ਵਿੱਚ ਰਹਿਨਮਾਈਟ ਦੇ ਹੇਠ ਨੀਂਹ ਪੱਥਰ ਰੱਖਿਆ ਗਿਆ ਸੀਗਾ ਕੁੜੀਆਂ ਵਾਸਤੇ। ਇਤਿਹਾਸ ਤੋਂ ਸਿੱਖਿਆ ਜਾ ਸਕਦਾ, ਇਤਿਹਾਸ ਤੇ ਲਿਖਾਂ ਨਹੀਂ ਮਾਰੀਆਂ ਜਾ ਸਕਦੀਆਂ। ਮੈਂ ਮੰਨ ਗਿਆ ਕਾਂਗਰਸ ਨੇ ਬਹੁਤ ਗਲਤ ਕੀਤਾ, ਮੈਂ ਮੰਨ ਗਿਆ ਅਕਾਲੀ ਦਲ ਨੇ ਬਹੁਤ ਗਲਤ ਕੀਤਾ, ਤਾਂ ਹੀ ਅਸੀਂ ਹਾਰ ਗਏ, ਤਾਂ ਹੀ ਘਰੇ ਬੈਠੇ ਆ ਹਨਾ। ਪਰ ਤੁਹਾਡੀ ਤਾਂ ਬਦਲਾਵ ਦੀ ਸਰਕਾਰ ਸੀਗੀ, ਤੁਸੀਂ 1.5 ਸਾਲ ਦੇ ਵਿੱਚ ਇਹਨਾਂ ਨੂੰ ਦਿੱਤਾ ਕੀ ਆ? ਕੀ ਦਿੱਤਾ ਇਹਨਾਂ ਨੂੰ? ਅੱਜ ਰਾਸਤੇ 'ਚ ਇੱਥੇ ਬਨੂੜ ਤੋਂ ਆਉਂਦੇ ਕੋਈ ਬੱਚੇ ਕੁੜੀਆਂ ਦੇ ਮਾਪਿਓ ਭੇਜਦੇ ਹੀ ਨਹੀਂ। ਉਹ ਕਹਿੰਦੇ ਭਾਈ ਇੰਨੀ ਦੂਰ ਨਾ ਜਾਇਓ, ਇੱਥੇ ਹੀ ਕੁਝ ਕਰ ਲਓ। ਕਿੰਨੀ ਕੁੜੀਆਂ ਦੇ ਜਿਹੜਾ ਡੇਰਾ ਬਸੀ ਰਹਿੰਦਾ ਉਹਨਾਂ ਦੇ ਬੱਚੇ ਭੇਜਦੇ ਨਹੀਂ ਮਾਪਿਓ ਕਿ 6 ਫੇਸ ਕਾਲਜ ਆ ਸਰਕਾਰੀ। ਹਰ ਬੰਦਾ ਇੰਨਾ ਨਹੀਂ ਅਫੋਰਡ ਕਰ ਸਕਦਾ। ਇਹ ਆਮ ਪਾਰਟੀ ਦੀ ਸਰਕਾਰ ਸੀਗੀ। ਆਮ ਪਾਰਟੀ ਮਤਲਬ ਆਮ ਲੋਕਾਂ ਦੀ। ਆਮ ਲੋਕ ਨਹੀਂ ਪ੍ਰਾਈਵੇਟ ਕਾਲਜ ਅਫੋਰਡ ਕਰ ਸਕਦੇ, ਜਿਹਦੀ ਇੱਕ ਸਮੈਸਟਰ ਦੀ ਫੀਸ ਹੀ 50,000 ਆ। ਉਹ ਤਾਂ ਹੀ ਇਹਨਾਂ ਵਰਗੇ ਕਾਲਜਾਂ 'ਚ ਆਉਂਦੇ ਨੇ। ਸਰਕਾਰ ਦਾ ਮਤਲਬ ਇਹੀ ਹੁੰਦਾ ਨਾ, ਸਰਕਾਰੀ ਕਾਲਜ ਤੇ ਸਰਕਾਰੀ ਹਸਪੀਟਲ, ਸਾਹਮਣੇ 6 ਫੇਸ ਹਸਪੀਟਲ ਆ, ਹਾਲਤ ਦੇਖ ਲਓ ਉਹਦੀ। ਇਹ ਮਤਲਬ ਅਸੀਂ ਤਾਂ ਮੰਨਦੇ ਹਾਂ ਅਸੀਂ ਚਲੋ ਗਲਤ ਹੈ, ਪਰ ਇਹ ਗਲਤ ਨੂੰ ਸੁਧਾਰਨਾ ਕਿਹਨੇ ਹੈ? ਜਾਂ ਸਾਡੇ ਵਰਗੇ ਨੌਜਵਾਨ ਨਾ ਹੁਣ ਅੱਗੇ ਇਲੈਕਸ਼ਨ ਆਉਣਗੇ ਫਿਰ ਅਸੀਂ ਸੁਧਾਰਾਂਗੇ, ਪਰ ਉਹਦੇ ਵਿੱਚ ਇਹਨਾਂ ਦਾ ਫਿਊਚਰ ਖਰਾਬ ਹੋ ਜਾਊਗਾ, ਇਹਨਾਂ ਦਾ 골ਡਨ ਪੀਰੀਅਡ ਤਾਂ ਚਲਾ ਜਾਊਗਾ। ਚਲੋ ਅੱਛਾ ਬੱਚੇ, ਤੁਸੀਂ ਕਿੱਥੋਂ ਆਏ ਹੋ? ਬਲੌਂਗੀ ਤੋਂ। ਤੁਸੀਂ ਖਰੜ ਤੋਂ ਵੀ ਆਏ ਹੋਏ ਸੀ ਬੱਚੇ? ਖਰੜ ਤੋਂ ਤੁਸੀਂ ਆਏ? ਤੁਸੀਂ ਕਾਹਦੇ ਤੇ ਆਏ ਫਿਰ? ਆਟੋ 'ਚ ਕਿੰਨਾ ਟਾਈਮ ਲੱਗ ਗਿਆ? 10-15 ਮਿੰਟ ਦਾ। ਇੱਕ ਹੋਰ ਕੋਈ ਗਰਲਸ ਕਾਲਜ ਵੀ ਨਹੀਂ ਹੈਗਾ ਪੂਰੇ ਮੋਹਾਲੀ ਦੇ ਵਿੱਚ? ਮੈਂ ਬਾਈ ਜੀ ਉਹੀ ਤਾਂ ਗਰਲਸ ਕਾਲਜ ਦਾ ਨੀਂਹ ਪੱਥਰ ਰੱਖਿਆ ਹੋਇਆ, ਨੀਂਹ ਪੱਥਰ ਰੱਖਿਆ ਹੋਇਆ। 1.5 ਸਾਲ ਤੋਂ ਇਹਨਾਂ ਨੂੰ ਮਿਸਤਰੀ ਨਹੀਂ ਮਿਲੇ, 1.5 ਸਾਲ ਤੋਂ ਇਹਨਾਂ ਨੂੰ ਮਿਸਤਰੀ ਨਹੀਂ ਮਿਲੇ ਉਹ ਗਰਲਸ ਕਾਲਜ ਬਣਾਉਣ ਨੂੰ। ਇਹ ਬਹੁਤ ਵੱਡਾ ਵਿਸ਼ਾ ਬਾਈ, ਇਹਦੇ ਪਿੱਛੇ ਬਹੁਤ ਵੱਡਾ ਸਕੈਮ ਆ। ਇਹਦੇ ਪਿੱਛੇ ਬਹੁਤ, ਇਹ ਇਕੱਲੀ ਸਰਕਾਰਾਂ ਨੂੰ ਤੁਸੀਂ ਵੀ ਦੋਸ਼ ਲਾ ਲਓ, ਅਸੀਂ ਵੀ ਦੋਸ਼ ਲਾ। ਮੇਰਾ ਉਹ ਮਕਸਦ ਨਹੀਂ ਹੈਗਾ ਅੱਜ ਇੱਥੇ, ਮੇਰਾ ਸਿਰਫ ਇਹਨਾਂ ਨੂੰ ਦੱਸਣ ਦਾ ਲੋੜ ਹੈ। ਇੱਥੋਂ 4 ਕਿਲੋਮੀਟਰ ਦੂਰ ਪ੍ਰਾਈਵੇਟ ਕਾਲਜਸ ਨੇ ਪੰਜਾਬ ਦੇ, ਇਕੱਲੇ ਮੋਹਾਲੀ ਜ਼ਿਲ੍ਹੇ ਦੇ ਵਿੱਚ 17 ਤੋਂ 18 ਪ੍ਰਾਈਵੇਟ ਕਾਲਜਸ ਨੇ। ਉਹ ਕਾਲਜਾਂ ਨੂੰ ਇਹ ਸਰਕਾਰ ਪੈਸੇ ਲੈਂਦੀ ਹੈ ਉਹਨਾਂ ਤੋਂ। ਹੁਣ ਐਲਪੀਯੂ ਦਾ ਬਣਾਇਆ ਜਿਹੜਾ ਐਮਪੀ, ਉਹ ਕਿਉਂ ਬਣਾਇਆ? ਹੁਣ ਇਹ ਕਾਲਜਾਂ ਤੋਂ ਸਰਕਾਰ ਪੈਸੇ ਲੈਂਦੀ ਹੈ, ਤਾਂ ਕਰਕੇ ਇਹ ਕਾਲਜਾਂ ਦੀ ਹਾਲਤ ਦੇਖੋ, ਅੰਦਰ ਬੱਚਿਆਂ ਦੀ ਸ਼ਕਲ। ਮਾਪਿਓ ਦੇਖੋ ਨਾ, ਜਿਹੜੇ ਪ੍ਰਾਈਵੇਟ ਕਾਲਜਸ ਨੇ ਨਾ, ਚਾਹੇ ਇੱਥੋਂ 2 ਕਿਲੋਮੀਟਰ ਅੱਗੇ ਨੇ, ਉਹ ਪ੍ਰਾਈਵੇਟ ਕਾਲਜਾਂ ਨੂੰ ਸਰਕਾਰ ਪਤਾ ਨਹੀਂ ਕੀ ਸਾਂਝਗਾਂਠ ਹੈ ਇਹਨਾਂ ਦੀ ਕਿ ਇਹ ਕਾਲਜਾਂ ਤੇ ਆਪਾਂ ਧਿਆਨ ਨਹੀਂ ਦਿੰਦੇ। ਅੱਛਾ ਬੱਚੇ, ਤੁਸੀਂ ਕੋਈ ਲਾਅ ਜਾਂ ਕੋਈ ਬੀਟੈਕ ਨਹੀਂ ਕਰਨਾ ਚਾਹੁੰਦਾ ਸੀਗਾ? ਬੀਟੈਕ ਨਹੀਂ ਸਰ, ਮੈਂ ਤਾਂ ਨਾ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ, ਹੋਰ ਕੀ। ਹੁਣ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦਾ, ਲਾਅ ਇੱਥੇ ਹੈ ਨਹੀਂ ਗੀ, BALL ਵੀ ਹੈ ਨਹੀਂ। ਤੁਹਾਡੇ ਚੋਂ ਕੋਈ ਫੈਸ਼ਨ ਡਿਜ਼ਾਈਨਿੰਗ ਨਹੀਂ ਕਰਨਾ ਚਾਹੁੰਦਾ? ਤੁਹਾਡੇ ਚੋਂ ਚਾਹੁੰਦਾ ਨਹੀਂ ਕੋਈ ਮੈਂ ਵੱਡਾ ਆਰਟਿਸਟ ਬਣਾ ਜਾਂ ਕੁਝ ਹੋਰ ਬਣਾ? ਯੂਪੀਐਸਸੀ ਦੀ ਤਿਆਰੀ ਲਈ ਕੋਚਿੰਗ ਕਿੱਥੋਂ ਕਰੋਗੇ?
ਕੋਚਿੰਗ ਸਰ ਦੇਖ ਰਹੇ ਹੋਰ ਕਿ ਚੰਡੀਗੜ੍ਹ 'ਚ ਫੀਸ ਬਹੁਤ ਜ਼ਿਆਦਾ ਹੋਰ ਕਿਆ ਦੇਖ ਰਹੇ ਕਿ ਖੁਦ ਯਾਰ ਨਾ ਸੈਲਫ ਸਟੱਡੀ ਨਾਲ ਹੀ ਕਰ ਲੂੰਗੇ ਹੋਰ ਕੀ ਅੱਛਾ ਬਾਈ ਜੀ ਇਹ ਬੱਚਿਆਂ ਦੇ ਭਵਿੱਖ ਦੇ ਸਵਾਲ ਆ ਸੈਲਫ ਸਟੱਡੀ ਇੰਨੀ ਜ਼ਿਆਦਾ ਹੁਣ ਮੈਂ ਕਹੀ ਜਾਵਾਂ ਮੈਂ ਸੈਲਫ ਸਟੱਡੀ ਕਰ ਲੂੰਗਾ ਇਹ ਵਿਚਾਰਿਆਂ ਦਾ ਫਿਊਚਰ ਖਰਾਬ ਆ ਕੋਈ ਸਰਕਾਰੀ ਜਿਹੜੇ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵਿੱਚ ਕੋਈ ਆਈਐਸ ਟ੍ਰੇਨਿੰਗ ਸੈਂਟਰ ਵਰਗੀਆਂ ਚੀਜ਼ਾਂ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਛੱਡੋ ਆਈਐਸ ਵਰਗੀ ਟ੍ਰੇਨਿੰਗ ਸੈਂਟਰਾਂ ਇਹਨਾਂ ਦੇ ਸੁਪਨੇ ਦਾ ਦੇਖੋ ਉਹਦੀ ਕਿੰਨੀ ਵੱਡੀ ਸੋਚ ਆ ਮੈਂ ਯੂਪੀਐਸਸੀ ਕਲੀਅਰ ਕਰਨੀ ਚਾਹੁੰਦਾ ਇੱਥੋਂ ਯੂਪੀਐਸਸੀ ਕਲੀਅਰ ਹੋਊਗੀ ਜਿੱਥੇ ਕੋਰਸ ਹੀ ਹੈ ਨਹੀਂ ਜਿੱਥੇ ਟੀਚਰ ਹੀ ਪੂਰੇ ਹੈ ਨਹੀਂਗੇ ਅੱਜ ਇਹ ਐਡਮਿਸ਼ਨ ਦਾ ਮਾਹੌਲ ਹੈ ਇੱਥੇ ਦੇਖ ਲਓ ਕੋਈ ਹੈਗਾ ਐਡਮਿਸ਼ਨ ਵਾਲਾ ਕੋਈ ਸਿਸਟਮ ਆ ਬਸ ਇਹ ਹੈ ਕਿ ਸਰਕਾਰੀ ਆ ਮੈਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕੱਲ ਨੂੰ ਇਸ ਮੁਹਿੰਮ ਨੂੰ ਅਸੀਂ ਹੋਰ ਉਲੀਕਾਂਗੇ ਪਰ ਇਹਨੇ ਵੱਲ ਧਿਆਨ ਦਿਓ ਜਿਹੜੇ ਤੁਸੀਂ ਮੈਨੀਫੈਸਟੋ 'ਚ ਲਿਖਿਆ ਸੀਗਾ ਐਜੂਕੇਸ਼ਨ ਤੇ ਲਿਖਿਆ ਸੀਗਾ ਹੈਲਥ ਤੇ ਅੱਜ ਦੇਖ ਲਓ ਐਜੂਕੇਸ਼ਨ ਨੂੰ ਇਹ ਦੇਣਾ ਚਾਹੀਦਾ ਪਹਿਲ ਦੇਣੀ ਚਾਹੀਦੀ ਹੈ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਈਸ਼ਰਪ੍ਰੀਤ ਤੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਕਿਉਂਕਿ ਵਿਸ਼ਾ ਬੜਾ ਅਹਿਮ ਹੈ ਪਰ ਸਾਡਾ ਇਸ ਗੱਲ ਵੱਲ ਧਿਆਨ ਨਹੀਂ ਜਾਂਦਾ ਬੜੀ ਹੈਰਾਨੀ ਦੀ ਗੱਲ ਹੈ ਕਿ 14 ਲੱਖ ਦੀ ਆਬਾਦੀ ਵਾਲੇ ਇਸ ਮੋਹਾਲੀ ਜ਼ਿਲ੍ਹੇ ਦੇ ਵਿੱਚ ਮਹਿਜ਼ 2 ਕਾਲਜ ਨੇ ਜੇ ਮੋਹਾਲੀ ਸ਼ਹਿਰ ਦੀ ਗੱਲ ਕਰੀਏ ਜਿੱਥੇ ਦੀ ਆਬਾਦੀ 4 ਲੱਖ ਹੈ ਤਾਂ ਸਿਰਫ ਇੱਕ 6 ਫੇਜ਼ ਦਾ ਕਾਲਜ ਹੈ ਜਿੱਥੇ ਵੀ ਤੁਸੀਂ ਜਿਹੜੇ ਹਾਲਾਤ ਐਡਮਿਸ਼ਨਸ ਦੇ ਦੇਖ ਸਕਦੇ ਹੋ ਜਿੱਥੇ ਕੋਈ ਲਾਅ ਦੀ ਡਿਗਰੀ ਨਹੀਂ ਬੱਚਾ ਕਰ ਸਕਦਾ ਜਿੱਥੇ ਕੋਈ ਇੰਜੀਨੀਅਰਿੰਗ ਦੀ ਡਿਗਰੀ ਨਹੀਂ ਕਰ ਸਕਦਾ ਜਿੱਥੇ ਕੋਈ ਫੈਸ਼ਨ ਜਾਂ ਹੋਰ तमाम ਤਰ੍ਹਾਂ ਦੇ ਜਿਹੜੇ ਕੋਰਸਿਸ ਨੇ ਉਹ ਨਹੀਂ ਹੈਗੇ ਮਹਿਜ਼ ਜਿਹੜੇ ਬੀਕਾਮ ਬੀਏ ਵਰਗੇ ਜਿਹੜੇ ਕੋਰਸਿਸ ਉਹ ਇੱਥੇ ਮੌਜੂਦ ਨੇ ਕੈਮਰਾ ਪਰਸਨ ਸਨੀ ਦੇ ਨਾਲ ਸ਼ੈਸ਼ਵ ਨਾਗਰਾ ਧੰਨਵਾਦ